ਸਤਿ ਸ਼੍ਰੀ ਅਕਾਲ ਜੀ। ਅਸੀਂ ਵਾਰਡ ਨੰਬਰ 18 ਮੋਹਾਲੀ ਦਾ ਜੋ ਹੈ ਇਸ ਵਿੱਚ ਮੌਜੂਦ ਹਾਂ। 11 ਫੇਸ ਦਾ ਏਰੀਆ ਪੈਂਦਾ ਹੈ ਅਤੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਅਤੇ 2 ਦਿਨ ਬਚੇ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 18 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਉਪਿੰਦਰਪ੍ਰੀਤ ਕੌਰ ਗਿੱਲ ਜੀ। ਉਪਿੰਦਰਪ੍ਰੀਤ ਜੀ ਜਿਹੜੇ ਨੇ ਪਿਛਲੀ ਵਾਰ ਵੀ ਇਹਨਾਂ ਨੂੰ ਜਿਹੜਾ ਲੋਕਾਂ ਨੇ ਮੌਕਾ ਦਿੱਤਾ ਸੀਗਾ, ਹਾਊਸ 'ਚ ਭੇਜਿਆ ਸੀਗਾ ਅਤੇ ਇਹ ਕਾਉਂਸਲਰ ਵਜੋਂ ਇਹਨਾਂ ਨੇ 5 ਸਾਲ ਜਿਹੜਾ ਕੰਮ ਕਰਵਾਏ ਨੇ ਅਤੇ ਦੂਜੀ ਵਾਰ ਇਸ ਵਾਰ ਜਿਹੜਾ ਚੋਣ ਮੈਦਾਨ ਵਿੱਚ ਉਤਰੇ ਨੇ। ਇਹਨਾਂ ਦੇ ਮਾਤਾ ਜੀ ਅਮਤੇਸ਼ਵਰ ਕੌਰ ਜੋ ਕਿ ਲਗਾਤਾਰ 3 ਵਾਰ ਕਾਉਂਸਲਰ ਬਣੇ ਸੀ ਮੋਹਾਲੀ ਤੋਂ। ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੈ ਉਪਿੰਦਰਪ੍ਰੀਤ ਕੌਰ ਜੀ ਨੂੰ ਮੌਕਾ ਮਿਲਿਆ 2015 ਦੇ ਵਿੱਚ। ਫਿਰ ਇਹਨਾਂ ਨੇ 5 ਸਾਲ ਲੋਕਾਂ ਦੀ ਜਿਹੜੀ ਹੈ ਸੇਵਾ ਕੀਤੀ ਹੈ ਅਤੇ ਇਸ ਵਾਰ ਦੂਜਾ ਮੌਕਾ ਹੈ। ਇਹਨਾਂ ਤੋਂ ਜਾਣਦੇ ਹਾਂ ਕਿ ਕੀ ਨਵੀਆਂ ਚੀਜ਼ਾਂ ਰਹਿਣ ਵਾਲੀਆਂ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡਾ ਦੂਜਾ ਜਿਹੜਾ ਚਾਂਸ ਹੈ ਇਸ ਵਾਰ, ਅਤੇ ਕੀ ਜਿਹੜੀਆਂ ਨੇ ਉਮੀਦਾਂ ਲੈ ਕੇ ਜਾ ਰਹੇ ਹੋ ਅਤੇ ਕੀ ਜਿਹੜੇ ਕੰਮ ਨੇ ਪਿਛਲੇ ਕਾਰਜਕਾਲ ਦੇ ਦੌਰਾਨ ਜਿਹੜੇ ਤੁਹਾਡੇ ਹੋਏ ਨੇ, ਪ੍ਰਾਪਤੀ ਵਜੋਂ ਕੀ ਮੰਨਦੇ ਹੋ ਜੀ? ਇਸ ਵਾਰ ਦੇਖੋ, ਜਿਹੜਾ ਅਸੀਂ ਲੋਕਾਂ ਵਿੱਚ ਅਪੀਲ ਦੇ ਤੌਰ 'ਤੇ ਲੈ ਕੇ ਜਾ ਰਹੇ ਹਾਂ, ਉਹ ਅਸੀਂ ਉਹਨਾਂ ਨੂੰ ਇੱਕ ਆਈ ਅਪੀਲ ਕਰ ਰਹੇ ਹਾਂ ਕਿ ਤੁਸੀਂ ਪਿਛਲੇ 4 ਸਾਲ ਜਿਹੜਾ ਮੇਰਾ ਉੱਥੇ ਵਰਕਿੰਗ ਰਹੀ ਹੈ ਵਾਰਡ ਦੇ ਵਿੱਚ, ਉਸੇ ਚੀਜ਼ ਨੂੰ ਦੇਖਦੇ ਹੋਏ ਤੁਸੀਂ ਇਸ ਚੀਜ਼ ਦਾ ਡਿਸੀਜਨ ਲਓ ਕਿ ਤੁਸੀਂ ਕਿਹਨੂੰ ਵੋਟ ਪਾਣੀ ਹੈ। ਕਿਉਂਕਿ ਮੈਨੂੰ ਇਸ ਚੀਜ਼ ਦੀ ਉਮੀਦ ਹੈ ਅਤੇ ਕਾਫੀ ਹੱਦ ਤੱਕ ਭਰੋਸਾ ਵੀ ਹੈਗਾ ਕਿ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀਆਂ ਬੇਸਿਕ ਪ੍ਰੋਬਲਮਸ ਸਾਡੇ ਵਾਰਡ ਦੀਆਂ ਸੀਗੀਆਂ, ਉਹਨਾਂ ਨੂੰ ਹੱਲ ਕਰਨ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਜੇ ਅਸੀਂ ਸਭ ਤੋਂ ਵੱਡੀ ਆਪਣੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਉਹ ਸੀਗੀ 11 ਫੇਸ ਦੀ ਪਾਣੀ ਦੀ ਜਿਹੜੀ ਸਮੱਸਿਆ ਸੀਗੀ, ਜਿਸ ਘਰਾਂ ਦੇ ਵਿੱਚ ਅਸੀਂ ਇਸ ਟਾਈਮ 'ਤੇ ਵੀ ਖੜ੍ਹੇ ਹੈਗੇ ਹਾਂ। ਤੁਸੀਂ ਕਿਸੇ ਵੀ ਰੈਜ਼ੀਡੈਂਟ ਨੂੰ ਪੁੱਛ ਸਕਦੇ ਹੋ, ਜੋ 4 ਸਾਲ ਪਹਿਲਾਂ ਅਸੀਂ ਇੱਥੇ ਵੋਟਾਂ ਮੰਗਣ ਆਏ ਸੀਗੇ ਅਤੇ ਹਰ ਕੋਈ ਸਾਨੂੰ ਆਪਣੇ ਘਰ ਦੀ ਜਿਹੜੀ ਸਾਹਮਣੇ ਸਭ ਤੋਂ ਥੱਲੇ ਵਾਲੀ ਟੂਟੀ ਹੁੰਦੀ ਹੈ ਉਹ ਖੋਲ੍ਹ ਕੇ ਦਿਖਾਉਂਦਾ ਸੀਗਾ ਕਿ ਦੇਖੋ ਜੀ, ਸਾਡੇ ਤਾਂ ਇੱਥੇ ਤੱਕ ਵੀ ਪਾਣੀ ਨਹੀਂ ਆਉਂਦਾ ਅਤੇ ਕਿਚਨ ਦੀ ਟੂਟੀਆਂ ਵਿੱਚ ਤਾਂ ਕਦੇ ਅਸੀਂ ਤਾਜ਼ਾ ਪਾਣੀ ਆਉਂਦਾ ਦੇਖਿਆ ਹੀ ਨਹੀਂ। ਅਤੇ ਉਹਨੂੰ ਹੱਲ ਕਰਨ ਲਈ ਅਸੀਂ 61 ਲੱਖ ਦੀ ਇੱਕ ਐਸਟੀਮੇਟ ਦੇ ਨਾਲ ਜਿਹੜਾ 10 ਫੇਸ ਦਾ ਬੂਸਟਰ ਪਲਾਂਟ ਹੈਗਾ, ਉੱਥੋਂ ਇੱਕ ਵੱਖਰੀ ਪਾਈਪਲਾਈਨ ਇਹਨਾਂ 180 ਘਰਾਂ ਦੇ ਲਈ ਪਾਸ ਕਰਵਾਈ ਸੀਗੀ ਅਤੇ ਉਹਨੂੰ ਇੰਸਟਾਲ ਕਰਾਇਆ ਅਤੇ ਉਸ ਕੰਮ ਨੂੰ ਪੂਰਾ ਮੁਕੰਮਲ ਕੀਤਾ ਹੈਗਾ। ਅਤੇ ਹੁਣ ਤੁਸੀਂ ਜੇ ਦੇਖੋਗੇ ਤਾਂ ਈਵਨ 3rd ਫਲੋਰ 'ਤੇ ਵੀ ਬਿਨਾਂ ਮੋਟਰ ਤੋਂ ਜਿਹੜਾ ਹੈਗਾ ਉਹ ਪਾਣੀ ਚੜ੍ਹਦਾ ਹੈਗਾ। ਉਹ ਇੱਕ ਸਭ ਤੋਂ ਵੱਡੀ ਸਮੱਸਿਆ ਸੀਗੀ। ਸਿਮਿਲਰ ਪ੍ਰੋਬਲਮ ਸਾਡੀ ਸੈਕਟਰ 48C ਦੀ ਬੈਲਟ ਦੀ ਵੀ ਸੀਗੀ, ਜਿਹਦੇ ਵਿੱਚ ਅਸੀਂ ਇੱਕ ਅਲੱਗ ਤੋਂ ਟਿਊਬਵੈੱਲ ਲਵਾ ਕੇ ਉਹਨੂੰ ਵੀ ਇੱਕ ਬੈਕਅਪ ਦੇ ਤੌਰ 'ਤੇ, ਬਿਕੋਜ਼ ਉਹ ਵਾਲਾ ਸੈਕਟਰ ਜਿਹੜਾ ਹੈਗਾ ਉਹ ਕੰਪਲੀਟਲੀ ਟਿਊਬਵੈੱਲਸ ਦੇ ਪਾਣੀ ਦੇ ਉੱਤੇ ਹੀ ਡਿਪੈਂਡੈਂਟ ਹੈ। ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਕਮਾਂਡੋ ਕੰਪਲੈਕਸ ਦੀ ਵੀ ਇੱਕ ਬੈਲਟ ਆਉਂਦੀ ਹੈ, ਜੋ ਕਿ ਇੱਕ ਤਰੀਕੇ ਨਾਲ 4 ਵਾਲਡ ਸੁਸਾਇਟੀ ਹੈਗੀ ਹੈ। ਅਤੇ ਜਦ ਅਸੀਂ ਹਾਊਸ ਵਿੱਚ ਆਏ ਸੀਗੇ ਅਤੇ ਅਸੀਂ ਸੁਸਾਇਟੀ ਦੇ ਅੰਦਰ ਕੋਈ ਵੀ ਕੰਮ ਜਿਹੜਾ ਹੈਗਾ ਉਹ ਸਿੱਧੇ ਤੌਰ 'ਤੇ ਨਹੀਂ ਕਰਾ ਸਕਦੇ ਸੀਗੇ, ਕੁਛ ਕਾਨੂੰਨ ਇਹੋ ਜਿਹੇ ਸੀਗੇ। ਅਤੇ ਉਹ ਵੀ ਅਸੀਂ ਪੂਰੀ ਆਪਣੀ 4 ਸਾਲਾਂ ਦੀ ਲੜਾਈ ਦੇ ਵਿੱਚ 2019 ਦੇ ਵਿੱਚ ਉਹਨਾਂ ਨੂੰ ਵੀ ਬਾਹਰ ਕੱਢਣ 'ਚ ਕਾਮਯਾਬ ਹੋਏ ਸੀਗੇ। ਕਾਫੀ ਵਾਰ ਅਸੀਂ ਆਵਾਜ਼ ਵੀ ਚੱਕੀ ਕਿ ਜਿਹੜੀਆਂ ਸੁਸਾਇਟੀਜ਼ ਨੇ ਉਹਦੇ ਅੰਦਰ ਵੀ ਅਸੀਂ ਕੰਮ ਕਰਾ ਸਕੀਏ। ਸੋ ਉੱਥੋਂ ਦੀਆਂ ਸੜਕਾਂ ਦਾ ਕੰਮ ਵੀ ਜਿਹੜਾ ਸੀਗਾ ਉਹ ਅਸੀਂ ਅਕਤੂਬਰ 2019 ਦੇ ਵਿੱਚ ਪਾਸ ਕਰਾਇਆ। ਉਹ ਅਲੱਗ ਗੱਲ ਹੈਗੀ ਹੈ ਕਿ ਸਰਕਾਰਾਂ ਨੇ ਆਪਣੇ ਧੱਕੇ ਨਾਲ ਉਹਨਾਂ ਨੂੰ ਰੋਕ ਕੇ ਰੱਖਿਆ ਅਤੇ 1 ਸਾਲ ਪੂਰਾ ਵੇਟ ਕਰਾਉਣ ਤੋਂ ਬਾਅਦ ਹੁਣ ਉਹਨਾਂ ਨੇ ਸਿਰਫ ਆਪਣੀ ਜਿਹੜੀ ਪੋਲੀਟੀਕਲ ਬੈਨੀਫਿਟਸ ਹੈਗੇ ਨੇ ਉਹਦੇ ਕਰਕੇ ਜਾ ਕੇ ਉਹਦਾ ਉਦਘਾਟਨ ਕੀਤਾ। ਬਟ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜਦ ਅਸੀਂ ਲੋਕਾਂ ਵਿੱਚ ਜਾਂਦੇ ਹਾਂ ਅਤੇ ਲੋਕ ਸਿਆਸਤ ਤੋਂ ਕਾਫੀ ਉੱਤੇ ਉੱਠ ਚੁੱਕੇ ਨੇ। ਉਹਨਾਂ ਨੂੰ ਪਤਾ ਹੈਗਾ ਹੈ ਕਿ ਕਿਹਨਾਂ ਨੇ ਉਹਨਾਂ ਦੇ ਕੰਮ ਕਰਾਏ ਹੈਗੇ ਨੇ, ਕਿਹੜਾ ਉਹ ਕੈਂਡੀਡੇਟ ਹੈਗਾ ਜਿਹੜਾ ਉਹਨਾਂ ਦੇ ਵਿਚਕਾਰ ਪਿਛਲੇ 5 ਸਾਲਾਂ 'ਚ ਰਿਹਾ ਹੈ। ਸੋ ਸਾਨੂੰ ਕਾਫੀ ਚੰਗਾ ਜਿਹੜਾ ਹੈਗਾ ਉਹ ਸਾਥ ਮਿਲ ਰਿਹਾ ਹੈ ਲੋਕਾਂ ਦਾ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ ਚੋਣਾਂ ਵਿੱਚ ਵੀ ਅਸੀਂ ਇਸੇ ਤਰੀਕੇ ਨਾਲ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਨੂੰ ਬੁਲੰਦ ਕਰਦੇ ਰਹਾਂਗੇ। ਮੈਮ ਜਗ੍ਹਾ ਜਿਹੜੇ ਤੁਹਾਡੇ ਬੈਨਰ ਲੱਗੇ ਹੋਏ ਨੇ ਏਰੀਏ ਦੇ ਵਿੱਚ, ਉੱਥੇ ਇੱਕ ਜਿਹੜੀ ਲਾਈਨ ਜਿਹੜੀ ਦੇਖਣ ਨੂੰ ਮਿਲ ਰਹੀ ਹੈ, ਜਿਹੜੀ ਤੁਸੀਂ ਲਿਖੀ ਹੋਈ ਹੈ ਕਿ ਪਾਰਟੀ ਨਹੀਂ ਬੇਟੀ ਚੁਣੋ, ਇਹਦੇ ਜ਼ਰੀਏ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ? ਦੇਖੋ, ਜਿਵੇਂ ਕਿ ਤੁਸੀਂ ਮੇਰੇ ਮਦਰ ਦਾ ਵੀ ਦੱਸਿਆ ਕਿ ਪਿਛਲੀ 3 ਟੈਨਿਓਰਸ ਜਿਹੜੀ ਸੀਗੀ ਉਹ ਇਹਨਾਂ ਲੋਕਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਕਿ ਉਹ ਹਾਊਸ ਵਿੱਚ ਜਾ ਕੇ ਉਹਨਾਂ ਨੂੰ ਰੀਪ੍ਰਜੈਂਟ ਕਰ ਸਕਣ। ਅਤੇ ਉਹਨਾਂ ਸਾਲਾਂ ਦੇ ਦੌਰਾਨ ਮੈਂ ਵੀ ਕਿਸੇ ਤਰ੍ਹਾਂ ਆਪਣੇ ਮਦਰ ਨਾਲ, ਕਿਉਂਕਿ ਸਾਡੇ ਘਰ 'ਚ ਉਹ ਮਾਹੌਲ ਸੀਗਾ ਅਤੇ ਉਹਨਾਂ ਨਾਲ ਜੁੜੀ ਰਹੀ। ਅਤੇ ਉਸੇ ਤਰੀਕੇ ਨਾਲ ਜਿਹੜੇ ਸਾਡੇ ਵਾਰਡ ਦੇ ਘਰ ਹੈਗੇ ਨੇ, ਪਰਿਵਾਰ ਹੈਗੇ ਨੇ, ਉਹਨਾਂ ਨਾਲ ਮੈਂ ਬਹੁਤ ਛੋਟੇ ਹੁੰਦਿਆਂ ਤੋਂ ਜੁੜੀ ਹੋਈ ਹਾਂ। ਅਤੇ ਇੱਕ ਤਰੀਕੇ ਨਾਲ ਪਰਿਵਾਰਿਕ ਰਿਸ਼ਤਾ ਜਿਹੜਾ ਹੈਗਾ ਉਹ ਹਰ ਇੱਕ ਰੈਜ਼ੀਡੈਂਟ ਦੇ ਨਾਲ ਹੈਗਾ। ਸੋ 4 ਸਾਲ ਪਹਿਲਾਂ ਵੀ ਇਹਨਾਂ ਸਾਰਿਆਂ ਦੀ ਬੇਟੀ ਬਣ ਕੇ ਹੀ ਇਸ ਏਰੀਆ ਦੇ ਵਿੱਚ ਆਈ ਸੀਗੀ। ਅਤੇ ਪਾਰਟੀ ਨਹੀਂ ਬੇਟੀ ਚੁਣੋ ਦੇ ਪਿੱਛੇ ਜਿਹੜਾ ਸਾਡਾ ਸਭ ਤੋਂ ਵੱਡਾ ਇੱਕ ਮਕਸਦ ਹੈਗਾ ਕਹਿਣ ਦਾ, ਉਹ ਆਈ ਹੈਗਾ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਇਹੋ ਜਿਹੇ ਕੈਂਡੀਡੇਟ ਨੂੰ ਚੁਣੀਏ ਜਿਹਦੇ ਨਾਲ ਅਸੀਂ ਸਿੱਧੇ ਤੌਰ 'ਤੇ ਆਪਣਾ ਰਾਬਤਾ ਕਾਮਯਾਬ ਕਰ ਸਕਦੇ ਹਾਂ, ਆਪਾਂ ਉਹਨਾਂ ਨਾਲ ਸਿੱਧੇ ਤੌਰ 'ਤੇ ਗੱਲ ਕਰ ਸਕਦੇ ਹਾਂ
ਤੇ ਮੈਂ ਅਕਸਰ ਲੋਕਾਂ ਨੂੰ ਵੀ ਕਹਿੰਦੀ ਹਾਂ ਕਿ ਜਿੱਥੇ ਮੈਂ ਗਲਤੀ ਕਰਾਂ ਉੱਥੇ ਆਪਣੀ ਬੇਟੀ ਸਮਝ ਕੇ ਕੰਨ ਫੜ ਕੇ ਕੰਮ ਵੀ ਕਰਵਾ ਸਕਦੇ ਨੇ। ਜੀ ਮੈਮ ਇਸ ਵਾਰ ਜਿਹੜਾ ਹੈ 50% ਜਿਹੜੀਆਂ ਸੀਟਾਂ ਨੇ ਉਹ ਔਰਤਾਂ ਲਈ ਰਿਜ਼ਰਵ ਕਰ ਦਿੱਤੀਆਂ ਗਈਆਂ ਨੇ, ਅਤੇ ਵੈਸੇ ਵੀ ਇਹ 50% ਦੇ ਇਲਾਵਾ ਜਿਹੜੀਆਂ ਹੋਰ ਵੀ ਜਿਹੜੀਆਂ ਜਨਰਲ ਸੀਟਾਂ ਨੇ ਉਹਨਾਂ ਤੋਂ ਵੀ ਔਰਤਾਂ ਕਾਫੀ ਜਿਹੜੀਆਂ ਨੇ ਉਹ ਚੋਣ ਲੜਨ ਜਾ ਰਹੀਆਂ ਨੇ, ਅਤੇ ਇਸ ਵਾਰ ਹਾਊਸ ਦੇ ਵਿੱਚ ਔਰਤਾਂ ਹੋ ਸਕਦਾ ਜ਼ਿਆਦਾ ਦੇਖਣ ਨੂੰ ਮਿਲਣਗੀਆਂ, ਉੱਥੇ ਹੋਣਗੀਆਂ, ਮੌਕਾ ਮਿਲੇਗਾ। ਅਤੇ ਬਹੁਤ ਸਾਰੀਆਂ ਔਰਤਾਂ ਨੇ ਜੋ ਕਿ ਜਿਨ੍ਹਾਂ ਦਾ ਪਹਿਲੀ ਵਾਰੀ ਹੈ, ਉਹ ਕਿਤੇ ਨਾ ਫਰੈਸ਼ਰ ਆਪਾਂ ਉਹਨਾਂ ਨੂੰ ਸਮਝ ਸਕਦੇ ਹਾਂ। ਤੁਸੀਂ ਤਜਰਬੇਕਾਰ ਵਜੋਂ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚੱਲੋਗੇ ਅਤੇ ਇਸ ਚੀਜ਼ ਨੂੰ ਕਿਵੇਂ ਮਤਲਬ ਦੇਖ ਰਹੇ ਹੋ ਕਿ ਔਰਤਾਂ ਜਿਹੜੀਆਂ ਨੇ ਇਸ ਵਾਰ ਉਹ ਮੈਜੋਰਿਟੀ ਦੇ ਵਿੱਚ ਜਾਣਗੀਆਂ ਜੀ? ਜਿਹੜਾ ਸਾਡੀ ਸਰਕਾਰਾਂ ਦਾ ਇੱਕ ਸਟੈਪ ਹੈਗਾ 50% ਰਿਜ਼ਰਵੇਸ਼ਨ ਦਾ, ਇੱਕ ਉਹ ਬਹੁਤ ਹੀ ਵੈਲਕਮਿੰਗ ਸਟੈਪ ਹੈਗਾ, ਬਟ ਅਨਫੋਰਚੂਨੇਟਲੀ ਉਸ ਸਟੈਪ ਨੂੰ ਵੀ ਇੱਕ ਤਰੀਕੇ ਨਾਲ ਲੇਡੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੇ ਨਾਲ ਹੀ ਯੂਜ਼ ਕੀਤਾ ਗਿਆ ਜਦ ਆ ਵਾਰਡਬੰਦੀ ਕੀਤੀ ਗਈ। ਉਹਦੇ ਵਿੱਚ ਬਕਾਇਦਾ ਸਰਕਾਰਾਂ ਨੇ ਆਹ ਚੀਜ਼ ਦੇਖੀ ਹੈਗੀ ਕਿ ਕਿਹੜੇ ਵਾਰਡ ਦੇ ਵਿੱਚ ਕਿਹੜੀ ਲੇਡੀ ਦਾ ਚਾਂਸਸ ਸੀਗੇ ਜਾਂ ਜਿਨ੍ਹਾਂ ਨੇ ਕੰਮ ਪਹਿਲਾਂ ਕੀਤੇ ਸੀਗੇ, ਅਤੇ ਉਹਨਾਂ ਵਾਰਡਸ ਨੂੰ ਪਿਕ ਐਂਡ ਚੂਜ਼ ਕਰਕੇ ਜਨਰਲ ਕਰਾਇਆ ਗਿਆ ਹੈ, ਅਤੇ ਸਾਡੀ ਵਾਰਡ ਵੀ ਉਹਨਾਂ 'ਚੋਂ ਇੱਕ ਹੈਗੀ ਹੈ। ਅਤੇ ਆਹੀ ਚੀਜ਼ ਸੋਚ ਕੇ ਕਿ ਜੇ ਜਨਰਲ ਹੋ ਜਾਏਗੀ ਤਾਂ ਸ਼ਾਇਦ ਜਿਹੜੀ ਲੇਡੀ ਹੈ ਉਸ ਏਰੀਆ ਤੋਂ ਨਹੀਂ ਲੜੇਗੀ, ਭੱਜ ਕੇ ਸ਼ਾਇਦ ਦੂਜੇ ਜਿਹੜੀ ਰਿਜ਼ਰਵਡ ਬੈਲਟ ਹੈਗੀ ਹੈ ਉੱਥੇ ਜਾ ਕੇ ਲੜਨਗੇ। ਬਟ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜਦ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਅਤੇ ਸ਼ਾਇਦ ਇਸ ਵਾਰ ਸਾਨੂੰ ਬਹੁਤ ਚੰਗੀਆਂ ਫੀਮੇਲ ਕੈਂਡੀਡੇਟਸ ਦੇ ਤੌਰ 'ਤੇ ਮਿਲੀਆਂ ਹੈਗੀਆਂ ਨੇ। ਇੱਕ ਥੋੜ੍ਹਾ ਟਾਈਮ ਪਹਿਲਾਂ ਇੱਕ ਨਿਊਜ਼ਪੇਪਰ ਵਿੱਚ ਆਰਟੀਕਲ ਵੀ ਸੀਗਾ ਕਿ 25% ਆਫ ਕੈਂਡੀਡੇਟਸ ਜਿਹੜੇ ਸਾਡੇ ਹੈਗੇ ਨੇ ਉਹ ਪੋਸਟ ਗ੍ਰੈਜੂਏਟਸ ਨੇ। ਸੋ ਆਈ ਥਿੰਕ ਇੱਕ ਚੰਗਾ ਸਟਾਰਟ ਹੈ, ਇੱਕ ਚੰਗੀ ਬਿਗਨਿੰਗ ਹੈ, ਅਤੇ ਮੇਰੀ ਕੋਸ਼ਿਸ਼ ਆਈ ਰਹੂਗੀ ਕਿ ਜਿਸ ਵੀ ਤਰੀਕੇ ਨਾਲ ਅਸੀਂ ਉਹਨਾਂ ਦੀ ਮਦਦ ਕਰ ਸਕੀਏ, ਉਹਨਾਂ ਦੀ ਸਪੋਰਟ ਕਰ ਸਕੀਏ, ਸੋ ਦੈਟ ਉਹ ਆਪਣੇ ਆਪ ਨੂੰ ਇਸਟੈਬਲਿਸ਼ ਕਰ ਸਕਣ, ਕਿਉਂਕਿ ਆਹ ਪਹਿਲਾ ਸਟੈਪ ਹੈ ਉਹਨਾਂ ਲਈ ਜਿਹੜੇ ਸਪੈਸ਼ਲੀ ਜਿਹੜੀ ਫਸਟ ਟਾਈਮ ਰਨ ਕਰ ਰਹੀਆਂ ਨੇ। ਅਤੇ ਉਹਨਾਂ ਲਈ ਮੇਰਾ ਇੱਕ ਆਹੀ ਮੈਸੇਜ ਹੋਊਗਾ ਕਿ ਉਹ ਵੱਧ ਚੜ੍ਹ ਕੇ ਇਸ ਚੀਜ਼ ਵਿੱਚ ਪਾਰਟੀਸਪੇਟ ਕਰਨ ਤਾਂ ਜੋ ਆਪਣਾ ਨਾਮ ਇੱਥੇ ਕ੍ਰੀਏਟ ਕਰ ਸਕਣ, ਅਤੇ ਆਉਣ ਵਾਲੇ ਟਾਈਮ ਸਾਨੂੰ ਕਿਸੇ ਰਿਜ਼ਰਵੇਸ਼ਨ ਦੀ ਲੋੜ ਨਾ ਰਵੇ। ਮੈਮ ਜਿਵੇਂ ਕਿ ਚੋਣ ਪ੍ਰਚਾਰ ਚੱਲ ਰਿਹਾ, ਅਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੁਹਾਡੇ ਲਈ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਅੱਜ ਆਏ ਹੋਏ ਨੇ, ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਅਤੇ ਕਾਂਗਰਸ ਵੱਲੋਂ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਸਿੱਧੂ ਉਹਨਾਂ ਵੱਲੋਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ। ਤੁਸੀਂ ਆਜ਼ਾਦ ਗਰੁੱਪ ਵਜੋਂ ਜਿਹੜੇ ਨੇ ਚੋਣਾਂ ਲੜ ਰਹੇ ਹੋ, ਅਤੇ ਕਿਤੇ ਨਾ ਕਿਤੇ ਇਸ ਚੀਜ਼ ਦੀ ਤੁਹਾਨੂੰ ਕਮੀ ਨਹੀਂ ਖਲ ਰਹੀ ਕਿ ਉਹਨਾਂ ਕੋਲੇ ਵੱਡੇ ਜਿਹੜੇ ਧਨਾੜ ਨੇ ਉਹਨਾਂ ਦੇ ਅੱਗੇ ਸ਼ਾਇਦ ਤੁਹਾਡੇ ਗਰੁੱਪ ਕੋਲੇ ਉਵੇਂ ਦਾ ਕੋਈ ਫੇਸ ਹੈ ਨਹੀਂਗਾ ਜੀ? ਦੇਖੋ, ਵੈਸੇ ਤਾਂ ਸਾਡੇ ਗਰੁੱਪ ਕੋਲ ਫੇਸ ਬਹੁਤ ਵੱਡਾ ਹੈਗਾ ਹੈ। ਜਿਹੜੇ ਸਾਡੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਜੀ ਹੈਗੇ ਨੇ, ਕਿਉਂਕਿ ਉਹਨਾਂ ਨੇ ਪਿਛਲੇ 5 ਸਾਲਾਂ ਵਿੱਚ ਸ਼ਹਿਰ ਲਈ ਕੰਮ ਕੀਤਾ ਹੈ, ਅਤੇ ਉਹ ਕੰਮ ਲੋਕਾਂ ਦੇ ਸਾਹਮਣੇ ਹੈ, ਲੋਕਾਂ ਨੇ ਉਹ ਕੰਮ ਦੇਖਿਆ ਹੈ। ਦੂਜੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਇੱਕ MP ਕੈਂਡੀਡੇਟ ਜਾਂ ਇੱਕ ਸਿਟਿੰਗ ਮੰਤਰੀ ਜਿਹੜੇ ਆ ਕੇ MC ਦੀ ਪੋਲਸ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਅਤੇ ਹਾਊਸ ਦੇ ਪਾਸ ਕੀਤੇ ਹੋਏ ਕੰਮਾਂ ਨੂੰ ਆਪਣਾ ਕੰਮ ਦੱਸ ਕੇ ਉਦਘਾਟਨ ਕਰ ਰਹੇ ਨੇ ਜਾਂ ਲੋਕਾਂ ਵਿੱਚ ਪੇਸ਼ ਕਰ ਰਹੇ ਨੇ। ਸੋ ਉਸ ਚੀਜ਼ ਦਾ ਬਹੁਤ ਅਫਸੋਸ ਹੁੰਦਾ ਹੈ, ਕਿਉਂਕਿ ਸਾਡੀ ਕੌਂਸਟੀਟਿਊਸ਼ਨ ਨੇ ਇੱਕ 3 ਟਾਇਰ ਗਵਰਨਮੈਂਟ ਸਿਸਟਮ ਬਣਾਇਆ ਹੈ, ਜਿਹਦੇ ਵਿੱਚ ਲੋਕਲ ਬੋਡੀਜ਼, ਅਸੈਂਬਲੀ ਅਤੇ ਸਾਡੀ ਲੋਕ ਸਭਾ ਦੀ ਜਿਹੜੀ ਸੀਟਾਂ ਜਾਂਦੀਆਂ ਨੇ। ਅਤੇ ਆਈ ਥਿੰਕ ਇੱਕ MC ਦਾ, ਇੱਕ ਲੋਕਲ ਬੋਡੀਜ਼ ਦੇ ਇੱਕ ਆਪਣੇ ਦਾਇਰੇ ਦੇ ਕੰਮ ਹੁੰਦੇ ਨੇ, MLAs ਦੀਆਂ ਆਪਣੀ ਡਿਊਟੀਜ਼ ਐਂਡ ਰਿਸਪੋਂਸਿਬਿਲਟੀਜ਼ ਹੁੰਦੀਆਂ ਨੇ, ਅਤੇ MP ਦੀ ਅਲੱਗ ਹੁੰਦੀ ਹੈ। ਸੋ ਆਈ ਥਿੰਕ ਉਹ ਸ਼ਾਇਦ ਇਸ ਚੀਜ਼ ਦਾ ਕਾਫੀ ਸਾਨੂੰ ਲੱਗਦਾ ਹੈਗਾ ਕਿ ਆਹ ਚੀਜ਼ ਥੋੜ੍ਹੀ ਠੀਕ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਅਸੀਂ ਉਹ ਗੱਲ ਕਰੀਏ ਕਿ ਜਿਹੜਾ ਇੱਕ ਮੰਤਰੀ ਸਾਹਿਬ ਹੈਗੇ ਨੇ, ਪਿਛਲੇ 4 ਸਾਲ ਉਹਨਾਂ ਨੂੰ ਵੀ ਹੋ ਚੁੱਕੇ ਨੇ ਮੰਤਰੀ ਬਣੇ, ਕਿ ਉਹ ਪਿਛਲੇ 4 ਸਾਲਾਂ ਦੇ ਵਿੱਚ ਮੁਹਾਲੀ ਲਈ ਕਿਹੜਾ ਉਹ ਕੰਮ ਕੀਤਾ ਜਿਹੜਾ ਉਹਨਾਂ ਦੇ ਕੈਲੀਬਰ ਦਾ ਜਾਂ ਉਹਨਾਂ ਦੇ ਸਕੋਪ ਦਾ ਸੀਗਾ। ਜਿਹੜਾ ਹਾਊਸ ਦਾ ਕੰਮ ਸੀਗਾ, ਕਾਰਪੋਰੇਸ਼ਨ ਦਾ ਕੰਮ ਸੀਗਾ, ਉਹ ਤਾਂ ਪਿਛਲੇ 5 ਸਾਲਾਂ ਨੂੰ ਹਰ ਰੈਜ਼ੀਡੈਂਟ ਨੂੰ ਪਤਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਸੋ ਚੱਲ ਰਿਹਾ ਹੈ। ਸੋ ਸਾਨੂੰ, ਕਿਉਂਕਿ ਸਾਡੇ ਕੰਮ ਸਾਡੇ ਲਈ ਬੋਲਦੇ ਨੇ, ਇਸ ਲਈ ਸਾਨੂੰ ਉਸ ਚੀਜ਼ ਦੀ ਕਮੀ ਨਹੀਂ ਮਹਿਸੂਸ ਹੁੰਦੀ ਕਿ ਸਾਡੀ ਰੈਲੀਆਂ ਵਿੱਚ ਕੋਈ ਮੰਤਰੀ ਜਾਂ ਕੋਈ MP ਕੈਂਡੀਡੇਟ ਨਹੀਂ ਆ ਰਿਹਾ। ਸਾਨੂੰ ਉਸ ਚੀਜ਼ ਦੀ ਕਮੀ ਬਿਲਕੁਲ ਨਹੀਂ ਖਲਦੀ। ਮੈਮ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਰੈਲੀ ਨੂੰ ਸੰਬੋਧਨ ਕਰਦੇ ਹੋਏ ਇੱਕ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਹੜਾ ਅਸਲੀ ਜਿਹੜਾ ਵਿਕਾਸ ਦਾ ਕੰਮ ਹੁੰਦਾ ਕਿਸੇ ਵੀ ਸ਼ਹਿਰ ਦਾ, ਉਹ ਸਰਕਾਰਾਂ ਦੇ ਹੱਥ ਵਿੱਚ ਹੁੰਦਾ, ਕਾਰਪੋਰੇਸ਼ਨ ਤਾਂ ਸਿਰਫ ਸਫਾਈ ਵਗੈਰਾ ਦੇ ਕੰਮਾਂ ਤੱਕ ਸੀਮਿਤ ਰਹਿੰਦੀਆਂ ਨੇ। ਸੋ ਅਗਰ ਉਹਨਾਂ ਦਾ ਕਹਿਣਾ ਸੀ ਕਿ ਅਗਰ ਕੋਈ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਤਾਂ ਹੀ ਸ਼ਹਿਰ ਦਾ ਵਿਕਾਸ ਹੋ ਸਕਦਾ ਹੈ। ਹੁਣ ਤੁਸੀਂ ਆਜ਼ਾਦ ਗਰੁੱਪ ਵਜੋਂ ਜਿਹੜੇ ਮੈਦਾਨ 'ਚ ਆਏ ਹੋ, ਅਤੇ ਤੁਹਾਡੇ ਲਈ ਤਾਂ ਉੱਪਰ ਕੋਈ ਪਾਰਟੀ ਨਹੀਂ ਹੋਣ ਜਾ ਰਹੀ, ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਪਿਛਲੇ ਜਿਹੜੇ 5 ਸਾਲ ਵੀ ਰਹੇ ਸੀਗੇ ਉਹਦੇ ਵਿੱਚ ਵੀ ਸਰਦਾਰ ਕੁਲਵੰਤ ਸਿੰਘ ਜੀ ਇਲੈਕਸ਼ਨਸ ਆਪਣੀ ਐਜ਼ ਇੰਡੀਪੈਂਡੈਂਟ ਕੈਂਡੀਡੇਟ ਹੀ ਲੜੇ ਸੀਗੇ, ਅਤੇ ਉਹੀ ਜਾ ਕੇ ਮੇਅਰ ਵੀ ਬਣੇ ਸੀਗੇ। ਉਹਨਾਂ ਨੇ ਆਪਣੀ ਬਹੁਮਤ ਜਿਹੜੀ ਹੈਗੀ ਹੈ ਉੱਥੇ ਹਾਊਸ ਵਿੱਚ ਪੇਸ਼ ਕੀਤੀ ਸੀਗੀ। ਅਤੇ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜਾ ਵੀ ਕੰਮ ਜਦ ਲੌਜਿਕ ਦੇ ਨਾਲ,
ਟੈਕਨੀਕਲ ਕਰੈਕਟਨੈਸ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕੋਈ ਵੀ ਸਰਕਾਰ ਉਹਨੂੰ ਡਿਲੇ ਕਰ ਸਕਦੀ ਹੈ, ਪਰ ਉਹਨੂੰ ਹੋਣ ਤੋਂ ਨਹੀਂ ਰੋਕ ਸਕਦੀ। ਸੋ ਜੋ ਸਾਡੇ ਮੇਅਰ ਸਾਹਿਬ ਦੀ ਟੈਕਨੀਕਲ ਸਾਊਂਡਨੈਸ ਹੈਗੀ ਹੈ, ਪਲੱਸ ਜਿਹੜੇ ਉਹਨਾਂ ਦੀ ਵਿਜ਼ਨ ਹੈਗੀ ਹੈ, ਪਲੱਸ ਸਾਡੇ ਸਾਰਿਆਂ ਦਾ ਜਿਹੜਾ ਸਾਥ ਉਹਨਾਂ ਨਾਲ ਹੈਗਾ ਹੈ, ਉਹਨਾਂ 'ਤੇ ਭਰੋਸਾ ਹੈਗਾ ਹੈ, ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਕੰਮ ਹੈਗਾ ਜਿਹੜਾ ਅਸੀਂ ਨਹੀਂ ਪਾਸ ਕਰਾ ਪਾਵਾਂਗੇ, ਕਿਉਂਕਿ ਦੇਖੋ ਜੀ ਸਰਕਾਰਾਂ ਵੀ ਲੋਕਾਂ ਲਈ ਹੈ, ਠੀਕ ਹੈ। ਸਰਕਾਰ ਜਿਹੜਾ ਕੰਮ ਹੁੰਦਾ ਹੈ ਉਹ ਸਰਕਾਰਾਂ ਨਾਲ ਨਹੀਂ ਹੁੰਦਾ, ਉਹ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਹੁੰਦਾ ਹੈ। ਸੋ ਜੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਜੋ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਉਹਨਾਂ 'ਤੇ ਹੀ ਖਰਚ ਹੋਣ 'ਤੇ ਰੋਕਣਗੀਆਂ, ਅਤੇ ਸਰਕਾਰਾਂ ਵੀ ਬਦਲਣ ਨੂੰ ਟਾਈਮ ਨਹੀਂ ਲੱਗਦਾ। ਜੀ ਬਹੁਤ ਬਹੁਤ ਧੰਨਵਾਦ ਮੈਮ। ਸੋ ਉਪਿੰਦਰਪ੍ਰੀਤ ਕੌਰ ਗਿੱਲ ਜੀ ਨੇ ਜੋ 18 ਨੰਬਰ ਵਾਰਡ ਤੋਂ ਚੋਣਾਂ ਲੜਨ ਜਾ ਰਹੇ ਨੇ, ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਵੱਲੋਂ ਜਿਹੜਾ ਹੈ ਇਹਨਾਂ ਨੇ ਚੋਣਾਂ ਲੜਨ ਦਾ ਇਸ ਵਾਰ ਫੈਸਲਾ ਕੀਤਾ ਅਤੇ ਦੂਜਾ ਮੌਕਾ ਇਹਨਾਂ ਦਾ ਹੈਗਾ। ਪਿਛਲੀ ਵਾਰ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਨੇ ਕਿ ਵੱਡੇ ਜਿਹੜੇ ਮਸਲੇ ਸੀ, ਲੋਕਾਂ ਦੀਆਂ ਸਮੱਸਿਆਵਾਂ ਸੀ, ਉਹਨਾਂ ਤੋਂ ਕਿਵੇਂ ਇਹਨਾਂ ਨੇ ਨਿਜਾਤ ਉਹਨਾਂ ਨੂੰ ਦਵਾਈ ਹੈ। ਅਤੇ ਸੋ ਹੁਣ ਦੇਖਣ ਵਾਲਾ ਹੋਏਗਾ ਕਿ ਮੋਹਾਲੀ ਸ਼ਹਿਰ ਵਾਸੀਆਂ ਦਾ ਕੀ ਫਤਵਾ ਹੁੰਦਾ ਹੈ ਇਹਨਾਂ ਦੇ ਲਈ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।